ਖੜੌਤ ਦੀ ਗੱਲ ਕੀਤੀ 1992 ਦੇ ਤੁਸੀਂ ਦੌਰ ਦੀ ਗੱਲ ਕਰ ਰਹੇ, ਖੜੌਤ ਸੀ ਸਿਆਸਤ ਦੀ। ਪੰਜਾਬ ਦੇ ਸਿਆਸਤ ਦੇ ਖੜੌਤ ਅੱਜ ਵੀ ਹੈਗੀ ਹੈ। ਖੜੌਤ ਇਸ ਨਜ਼ਰੀਏ ਨਾਲ ਮੈਂ ਕਹਿ ਰਿਹਾ ਵੀ ਅੱਜ ਸੱਤਾਧਾਰੀ ਧਿਰ ਤੇ ਵਿਰੋਧੀ ਧਿਰਾਂ ਇੱਕ ਦੂਸਰੇ ਦੇ ਨਾਲ ਬੈਠ ਕੇ ਪੰਜਾਬ ਦੇ ਜਿਹੜੇ ਐਸੇ ਮੁੱਦੇ ਹੈਗੇ ਨੇ, ਬਰਨਿੰਗ ਇਸ਼ੂਜ਼ ਹੈਗੇ ਨੇ, ਲੋਕ ਹਿੱਤ ਜਾਂ ਲੋਕ ਪੱਖੀ ਜਿਹੜੇ ਮੁੱਦੇ ਸਮਝੇ ਜਾ ਸਕਦੇ ਨੇ, ਉਹਨਾਂ ਦੇ ਉੱਤੇ ਗੱਲ ਵੀ ਕਰਨ ਨੂੰ ਤਿਆਰ ਨਹੀਂ। ਸਾਡੀਆਂ ਗੱਲਾਂ ਬਾਤਾਂ, ਸਾਡੇ ਡਿਸਕਸ਼ਨ, ਸਾਡਾ ਡਿਸਕੋਰਸ, ਸਾਡੇ ਪਾਰਲੀਮੈਂਟ ਦੇ ਵਿੱਚ ਤਕਰਾਰਾਂ, ਤਰਮੀਮਾਂ, ਸਾਰੀ ਗੱਲਾਂ ਬਾਤਾਂ ਉਹਨਾਂ ਗੱਲਾਂ ਤੇ ਹੁੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਇਨੇ ਨਹੀਂ ਹੈਗੇ। ਇੱਕ ਮਾਹੌਲ ਹੈਗਾ ਪਿਛਲੇ 8-10 ਸਾਲਾਂ ਤੋਂ ਜਿਹਦੇ ਵਿੱਚ ਕਿ ਸੱਤਾਧਾਰੀ ਤੇ ਵਿਰੋਧੀ ਧਿਰਾਂ ਇੱਕ ਦੂਸਰੇ ਨੂੰ ਵੇਖ ਕੇ ਰਾਜ਼ੀ ਨਹੀਂ ਹੈਗੀਆਂ, ਡਿਸਕਸ ਕਰਕੇ ਰਾਜ਼ੀ ਨਹੀਂ ਹੈ। ਅਲਟੀਮੇਟ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਦਾ ਹੋ ਰਿਹਾ। ਇਸ ਕਿਸਮ ਇਸ ਫਲੇਵਰ ਆਫ ਪੋਲਿਟਿਕਸ ਤੋਂ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ? I reject this flavor of politics where ਸ਼ਬਦਾਵਲੀ ਡਿਕਸ਼ਨਰੀ ਤਾਂ ਕੋਈ ਵੀ ਖੋਲ ਸਕਦਾ, ਭਾਸ਼ਾ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਤੋਂ ਲੈ ਕੇ ਪੰਜਾਬ ਦੀ ਡਿਕਸ਼ਨਰੀ ਤੱਕ ਮਾੜੇ ਤੋਂ ਮਾੜਾ ਸ਼ਬਦ ਲੱਭਿਆ ਜਾ ਸਕਦਾ, ਲੇਕਿਨ ਮਰਦ ਇਨਸਾਨ ਉਹ ਹੈ ਜਿਹੜਾ ਮੁੱਦਿਆਂ ਤੇ ਕਿਸੇ ਬੰਦੇ ਦੀ ਵਿਰੋਧੀ ਦੀ ਤਾਰੀਫ ਵੀ ਕਰ ਸਕੇ ਔਰ ਉਹਦਾ ਵਿਰੋਧ ਵੀ ਕਰ ਸਕੇ। ਔਰ ਮੈਂ ਸਮਝਦਾ ਜਿਹੜਾ ਇਹ ਫਲੇਵਰ ਆਫ ਪੋਲਿਟਿਕਸ ਹੈ, ਵੀ ਹੈਵ ਆਲਰੇਡੀ ਸੀਨ ਦਿਸ ਸਟੈਂਡਸ ਰਿਜੈਕਟਡ ਅਮੰਗ ਦ ਪੀਪਲ। ਅਸੀਂ ਲੋਕਾਂ ਨੇ ਸਾਨੂੰ ਮੱਤ ਦੇਤੀ ਹੈ, ਲੋਕ ਪੁੱਛ ਰਹੇ ਆ ਮੋਗੇ 'ਚ ਅਕਾਲੀ ਦਲ ਦੇ ਤੇ ਕਾਂਗਰਸ ਦੇ ਵਰਕਰ ਕਿ ਬਈ ਇਹ ਬਾਤ ਤਾਂ ਗਲਤ ਹੈ। ਅਸੀਂ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਤੂੰ, ਉਹ ਕਹਿ ਰਿਹਾ ਤੂੰ ਮੈਂ ਕੀ ਲੜਾਈ ਹੋ ਰਹੀ ਹੈ। ਐਂਡ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਲੱਖੀ ਜੀ, ਤੁਹਾਡੇ ਵਰਗੇ ਔਰ ਵਿਰਿਸ਼ਟ ਪੱਤਰਕਾਰ ਔਰ ਸਿਆਣੇ ਟੀਵੀ ਦੇ ਜੋ ਪ੍ਰੋਗਰਾਮਸ ਨੂੰ ਸਾਰਿਆਂ ਨੂੰ ਆਰਗੇਨਾਈਜ਼ ਕਰਦੇ ਪ੍ਰੋਗਰਾਮਸ ਨੂੰ, ਮਤਲਬ ਇੱਕ ਬੰਦੇ ਨੂੰ ਪੰਜਾਬ ਵਿੱਚ ਅਵਾਰਡ ਇਸ ਕਰਕੇ ਮਿਲਿਆ, ਦਾ ਹਾਈਐਸਟ ਅਵਾਰਡ ਵੇਅਰ ਅ ਚੀਫ ਜਸਟਿਸ ਵਾਜ਼ ਅ ਮੈਂਬਰ, ਕਿ ਉਸ ਬੰਦੇ ਨੇ ਪੰਜਾਬ ਦਾ ਟਰਾਂਸਪੋਰਟ ਸਕੈਂਡਲ ਐਕਸਪੋਜ਼ ਕੀਤਾ। ਆਈ ਨੋ ਦੈਟ ਕੋਰਸਪੋਂਡੈਂਟ ਜਿਨ੍ਹਾਂ ਨੇ ਜਿਹੜਾ ਟਰਾਂਸਪੋਰਟ ਸਕੈਂਡਲ ਹੈ ਪੰਜਾਬ ਦਾ, ਉਹਦੇ 'ਚ ਮੈਂ ਇਕੱਲੇ ਬਾਦਲਸ ਨੂੰ ਅਲੈਜ ਨਹੀਂ ਕਰ ਰਿਹਾ। ਦੇਰ ਆਰ ਮੈਨੀ ਅਦਰ ਫੈਮਲੀਜ਼ ਹੂ ਆਰ ਇਨਵੋਲਵਡ ਇਨ ਦੈਟ, ਮੇਬੀ ਦੇਰ ਆਰ ਸਮ ਕਾਂਗਰਸਮੈਨ ਆਲਸੋ। ਕੇਸਿਸ ਕਾਨੂੰਨ ਦੀ ਕਸਲ ਵੱਟੀ ਤੇ ਕਿੱਥੇ ਖੜੇ ਹੋਏ ਨੇ? ਅਦਾਲਤਾਂ ਦੀ, ਕਿਉਂਕਿ ਅਲਟੀਮੇਟਲੀ ਐਲੀਗੇਸ਼ਨ ਲਗਾ ਦੇਣਾ, ਚਿੱਕੜ ਉਛਾਲ ਦੇਣਾ ਇੱਕ ਸਟੈਂਡਰਡ ਤਰੀਕਾ ਰਿਹਾ, ਲੇਕਿਨ ਕੀ ਉਹ ਅਦਾਲਤਾਂ 'ਚ ਪ੍ਰੂਫ ਹੋਏ ਨੇ? ਅਦਾਲਤਾਂ ਦੇ ਵਿੱਚ ਪ੍ਰੂਫ ਉਹ ਕੇਸ ਚੱਲ ਰਹੇ ਤੁਸੀਂ ਆਪਾਂ ਇੰਤਜ਼ਾਰ ਕਰਾਂਗੇ ਵੀ ਅਦਾਲਤਾਂ ਆਪਣਾ ਬੈਟਰ ਵਿਜ਼ਡਮ ਸ਼ੁੱਡ ਪ੍ਰੀਵੇਲ ਰਾਦਰ ਦੈਨ ਕਿ ਪੋਲਿਟਿਕਸ ਦੇ ਵਿੱਚ ਤਾਂ ਬਹੁਤ ਕੁਝ ਕਿਹਾ ਸੁਣਿਆ ਜਾਂਦਾ ਹੈਗਾ। ਉਹ ਚੀਜ਼ਾਂ ਕਈ ਥਾਵਾਂ ਤੇ ਹੁਣ ਚੌਟਾਲਾ ਨੂੰ ਜੇਲ੍ਹ ਵੀ ਜਾਣਾ ਪਏਗਾ, ਲੇਕਿਨ ਬਹੁਤ ਸੇ ਮਾਮਲਿਆਂ 'ਚ ਲੀਡਰ ਬਰੀ ਵੀ ਹੋ ਜਾਂਦੇ ਨੇ। ਵੀਰਭੱਦਰ ਜੀ ਉਧਰ ਐਕਵਿਟ ਵੀ ਹੋਏ ਹੈਗੇ ਨੇ। ਇਹ ਗੱਲਾਂ ਪਤਾ ਤਾਂ ਚੱਲਦੀਆਂ ਕੁਝ ਗੱਲਾਂ ਸਾਹਮਣੇ ਨਜ਼ਰ ਆਉਂਦੀਆਂ। 40 ਲੱਖ ਨੌਜਵਾਨ ਇਸ ਵੇਲੇ ਬੇਰੁਜ਼ਗਾਰ ਹੈ ਪੰਜਾਬ ਦਾ। ਉਹਦੀ ਗੱਲ ਸਵਾਲ ਮੇਰਾ ਉਹੀ ਸੀ, 40 ਲੱਖ ਬੇਰੁਜ਼ਗਾਰਾਂ ਦੀ ਗੱਲ ਨਹੀਂ ਹੋ ਰਹੀ। ਜਿਹੜੇ ਲੋਕ ਪੱਖੀ ਮੁੱਦੇ ਨੇ ਉਹਨਾਂ ਦੇ ਉੱਤੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਇੱਕ ਆਮ ਰਾਏ ਬਣਾਉਣ ਨੂੰ ਤਿਆਰ ਨਹੀਂ। ਇਹ ਲੋਕ ਮੰਨਦੇ ਨੇ, ਲੋਕ ਸਮਝਦੇ ਨੇ ਵੀ ਸਾਡੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਕੰਸੈਂਸਸ ਬਣਨਾ ਚਾਹੀਦਾ ਹੈ। ਉਹ ਮਾਹੌਲ ਪੰਜਾਬ ਦੇ ਵਿੱਚ ਨਾ ਬਣ ਪਾਣਾ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਨੰਬਰ 1। ਨੰਬਰ 2, ਉਹਦੇ ਲਈ ਉਹਨੂੰ ਅਗਲੀ ਸੋਚ ਕੀ ਹੋਣੀ ਚਾਹੀਦੀ ਹੈ? ਬਹੁਤ ਸੇ ਲੀਡਰ ਨੇ, ਤੁਹਾਡੇ ਵਰਗੇ ਲੀਡਰ ਨੇ ਹੁਣ ਪੰਜਾਬ ਦੀ ਸਕਰੀਨ ਰਾਜਨੀਤੀ ਦੇ ਵਿੱਚ ਤੁਸੀਂ ਐਡਾ ਮੇਜਰ ਰੋਲ ਅਦਾ ਕਰ ਰਹੇ ਹੋ, ਐਡੀ ਤੁਹਾਡੀ ਆਵਾਜ਼ ਪਹੁੰਚ ਰਹੀ ਹੈਗੀ ਉਤਲੇ ਕੁਆਟਰਸ ਤੱਕ। ਕੀ ਕੋਈ ਸਲਾਹ ਰਾਏ ਮਸ਼ਵਰਾ ਤੁਹਾਡੇ ਕੋਲ ਹੈ ਉਸ ਅੱਗੇ ਲਿਜਾਣ ਲਈ? ਡੈਫੀਨੇਟਲੀ ਮੈਂ ਸਮਝਦਾ ਹਾਂ ਕਿ ਸਾਨੂੰ ਸਟੇਟ ਦੇ ਜਿਹੜੇ ਬਹੁਤ ਇੰਪੋਰਟੈਂਟ ਮਸਲੇ, ਫॉर ਐਗਜ਼ਾਮਪਲ ਕੈਂਸਰ ਨਾਓ ਇਜ਼ ਦ ਲੇਟੈਸਟ ਇਸ਼ੂ, ਕਿ 2011 ਤੇ 2009 ਦੇ ਅੰਕੜੇ ਡਬਲ ਹੋ ਗਏ ਨੇ। ਹੁਣ 3000 ਮਾਲਵੇ 'ਚ 4000 ਕੇਸਿਸ ਜਿਹੜੇ ਅੱਜ ਸਟੱਡੀ ਵੀ ਸਾਹਮਣੇ ਆ ਗਈ, ਰਿਪੋਰਟ ਆ ਗਈ। ਮੈਂ ਸਮਝਦਾ ਇਹਦੇ ਤੇ ਇਜ਼ देयर ਐਨੀ ਡਿਫਰੈਂਸ? ਐਨੀ ਟਾਈਮ ਡਾਕਟਰ ਮਨਮੋਹਨ ਸਿੰਘ ਕੋਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਜਾਂਦੇ ਹੈ, ਹੈਟਸ ਆਫ ਟੂ ਦੈਟ ਗ੍ਰੇਟ ਪ੍ਰਾਈਮ ਮਿਨਿਸਟਰ ਆਫ ਦਿਸ ਕੰਟਰੀ, ਹੀ ਹੈਜ਼ ਨੈਵਰ ਥॉट ऑन पार्टी लाइन्स। और सगों साढ़े बंदियां नूं इतराज रहता है क्यों कहते जी बादल साहब जब भी जाते हैं डॉक्टर मनमोहन सिंह के पास वो तो सारी बात मान लेते हैं और वो आकर गालियां निकालते हैं। इसलिए क्यों कहते जो राजपुरा टपदे उदों गालां देण लग पैंदे मनमोहन सिंह। सो इट्स यू नो, लेकिन बट वन शुड अवॉइड दैट। देखो इट्स ए फेडरल स्ट्रक्चर, a chief minister has every right to go to the prime minister and demand his rightful claim from the center, and the center must oblige a border state। और जो कुछ मिलेगा वो पंजाब नूं मिलेगा, वो कल्ले अकाली दल नूं नहीं मिलेगा। मगर मैं समझदा है कि ये तुहाडी गल बिल्कुल ठीक है कि at least a minimum consensus on issues, because ਇਹ ਬਹੁਤ ਵੱਡੀ ਖੜੌਤ ਹੈਗੀ ਹੈ, ਖੜੌਤ ਦਾ ਵੈਕਿਊਮ ਹੈ ਲੋਕ ਮੁੱਦਿਆਂ ਦੀ ਗੱਲ ਅੱਜ। I put my stamp on your views। ਇਹ ਹੈ। ਚਲੀ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਆਖਰੀ ਸਵਾਲ ਜ਼ਰੂਰ ਜਾਣਨਾ ਚਾਹਾਂਗਾ ਵੀ ਹੁਣ ਬਤੌਰ ਇੱਕ ਕਾਂਗਰਸੀ ਐਡੇ ਕਦਾਵਰ ਨੇਤਾ ਹੋਣ ਦੇ ਨਾਤੇ ਤੁਹਾਡਾ ਟੀਚਾ ਕੀ ਹੋਣ ਜਾ ਰਿਹਾ ਹੈਗਾ? ਤੁਸੀਂ ਕੇਂਦਰ ਦੇ ਵਿੱਚ ਬਤੌਰ ਪਾਰਟੀ ਸੰਗਠਨ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਜ਼ਿਆਦਾ ਸਕਰੀय ਰੂਪ ਵਿੱਚ ਵੇਖਦੇ ਹੋ, ਜਾਂ ਸਟੇਟ ਦੇ ਪੱਧਰ ਤੇ ਵੀ ਕੁਝ ਭੂਮਿਕਾ, ਕੁਝ ਰੋਲ ਤੁਹਾਡਾ ਰਹਿਣ ਵਾਲਾ ਹੈ, ਸਿਰਫ ਪ੍ਰਚਾਰ ਦੇ ਮਾਧਿਅਮ ਤੋਂ ਨਹੀਂ ਬਲਕਿ ਸਕਰੀय ਪੋਲੀਟੀਕਲ ਐਕਟਿਵਿਜ਼ਮ ਜੋ ਕਿ 2014 ਦੇ ਰਣਅਪ ਲਈ ਬਹੁਤ ਜ਼ਿਆਦਾ ਜ਼ਰੂਰੀ ਸਮਝਿਆ ਜਾ ਰਿਹਾ ਹੈਗਾ? ਉਹਦੇ ਵਿੱਚ ਪਾਰਟੀ ਦੇ ਵਿੱਚ ਕੁਝ ਕੰਟਰਡਿਕਸ਼ਨਸ ਹੈਗੀਆਂ ਨੇ ਕਿ ਇਹ ਸਾਰੀ ਚੀਜ਼ਾਂ ਦੇ ਦਾਇਰੇ ਦੇ ਵਿੱਚ ਆਪਣੇ ਆਪ ਨੂੰ ਇੱਕ ਸਿਗਨੀਫਿਕੈਂਟ ਪਲੇਅਰ ਦੇ ਰੂਪ ਵਿੱਚ ਪੰਜਾਬ 'ਚ ਆਉਣ ਵਾਲੇ 1.5-2 ਸਾਲਾਂ ਤੱਕ ਵੇਖਦੇ ਹੋ? ਮੈਂ 1980 ਜਦੋਂ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਵਿਰੁੱਧ 22 ਸਾਲ ਦੀ ਉਮਰ ਚੋਣ ਲੜਿਆ ਸੀ, ਉਦੋਂ ਤੋਂ ਲੈ ਕੇ
ਇਹਨਾਂ 30-35 ਵਰਿਆਂ ਦੇ ਵਿੱਚ ਮੈਂ ਸੈਂਟਰ ਔਰ ਸਟੇਟ ਦਾ ਜਿਹੜਾ ਇੱਕ ਬੈਲੈਂਸ ਹੁੰਦਾ ਹੈ, ਮੈਂ ਆਪਦੀ ਸਾਰੀ ਜ਼ਿੰਦਗੀ ਆਪਦੀ ਜਵਾਨੀ ਗੱਡੀਆਂ 'ਚ ਤੇ ਸਫ਼ਰ 'ਚ ਬਿਤਾਈ ਹੈ, ਸੋ ਦੈਟ ਆਈ ਸ਼ੁੱਡ ਬੀ ਕਨੈਕਟਡ ਵਿਦ ਮਾਈ ਸਟੇਟ ਐਂਡ ਆਈ ਸ਼ੁੱਡ ਫੁਲਫਿਲ ਦ ਰਿਸਪੌਂਸਿਬਿਲਿਟੀਜ਼ ਆਫ ਦ ਕੰਟਰੀ ਪੋਲੀਟਿਕਸ। ਮੈਨੂੰ ਜਨਰਲ ਸੈਕਟਰੀ ਤੋਂ ਲੈ ਕੇ ਵਰਕਿੰਗ ਕਮੇਟੀ ਤੋਂ ਬਾਅਦ ਪਰਮਾਨੈਂਟ ਐਨਵਾਈ, ਮੈਂ ਇਹ ਸਮਝਦਾ that time has come that ਇੱਕ ਥਾਂ ਤੇ ਰਾਜਨੀਤੀ ਹੋ ਸਕਦੀ ਹੈ, either it is in your state or it is in the center. So again it is up to my leader Shrimati Sonia Gandhi, if she feels that I'm worth in India, मैं उन्हां दे हुक्म दी पालना करांगा. If at today's given point of time she thinks my services are better needed in Punjab, I'll obey her orders. If she feels that Captain Saab Amrinder Singh ji is the best leader the Punjab Congress today has, I'll bow my head. लेकिन की कांग्रेस ਦੇ ਲੀਡਰ ਸਿਰਫ ਆਪਣੀ ਪ੍ਰਧਾਨ ਦੀ ਰਾਏ ਦੇ ਨਾਲ ਉਹਨਾਂ ਦੀ ਆਪਣੀ ਖਾਹਿਸ਼ ਕੋਈ ਹੁੰਦੀ ਹੈ, ਫਿਰ ਭਾਵੇਂ ਹੁਕਮ ਤਾਂ ਪ੍ਰਧਾਨ ਦਾ ਚੱਲਦਾ ਹੈ, ਲੇਕਿਨ ਕੋਈ ਖਾਹਿਸ਼ ਹੈ ਤੁਹਾਡੀ ਵੀ ਕੇਂਦਰ ਜਾਂ ਖਾਹਿਸ਼ ਤਾਂ ਮੇਰੀ 20 ਸਾਲ ਤੋਂ ਹੈ ਕਿ I should head my party, I should head my state. I did not get an opportunity. I defeated Sir Prakash Singh Ji Badal and their family. I didn't get an opportunity. पर मैं ये चाहना कि जिंदगी अगर जिंदों में है तो कुछ करके I want to make a change. That is my heart burning desire. तो मैं भी कुछ निज़ाम को बदलने में मैं अपना हिस्सा पा सका, दैट इज़ माई कीन डिज़ायर. और इस करके मैं समझदा है कि जो भी रोल मैनू मिलेगा मैं उन ओबे करांगा एंड आई एम रेडी टू टेक जो वड्डी तो वड्डी भी सियासी लड़ाई है. मैं एक अंतिम जंग है जिहड़ी वो श्रोमणी अकाली दल और इस अलायंस नाल, नॉट 1 to 1 मैन टू मैन नहीं मैं कह रहा, फलाना विद फलाना, Congress with Akali Dal and Congress with an alliance with like-minded parties and BJP and Akalis. And I'll tell you in 2014 अगर ये हो जाता है तो सानू बहुत बड़ी कामयाबी पंजाब च मिलेगी. ਤੇ ਜਾਂਦੇ ਜਾਂਦੇ ਇੱਕ ਲਾਸਟ ਕੁਐਸਚਨ ਹੋ ਰਿਹਾ, ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਕਿੰਨੀ ਕੁ ਡਾਈਵਰਸ ਹੈ? ਅੱਜ ਬਹੁਤ ਸੇ ਲੀਡਰ ਨੇ ਤੁਹਾਡੇ ਵੱਖ-ਵੱਖ ਸਮੁਦਾਇਆਂ ਨਾਲ ਜੁੜੇ ਵਾਲੇ, ਜੱਟ ਸਿੱਖਾਂ ਤੋਂ ਲੈ ਕੇ ਦਲਿਤ ਲੀਡਰਾਂ ਤੱਕ, ਉਹਦੇ 'ਚ ਕੋਈ ਕਮੀ ਨਹੀਂ ਹੈ. ਬੀਬੀ ਰਜਿੰਦਰ ਕੌਰ ਭੱਠਲ, ਮਹਿੰਦਰ ਸਿੰਘ KP ਸਾਹਿਬ, ਦੁੱਲੋ ਸਾਹਿਬ, ਜਾਖੜ ਸਾਹਿਬ ਵੈਰੀ ਸਟਰੋਂਗ ਇਮਰਜਿੰਗ ਲੀਡਰ, ਹੋਰ ਕਈ ਯੰਗ ਲੀਡਰ ਨੇ. ਬਾਰ-ਬਾਰ ਗੱਲ ਜਾ ਕੇ ਕੁਝ ਚੁਣਿੰਦਾ ਲੀਡਰਾਂ ਤੇ 2-3 ਚਿਹਰਿਆਂ ਤੇ ਜਾ ਕੇ ਖਤਮ ਹੋ ਜਾਂਦੀ ਹੈ ਕਿ ਹਾਈ ਕਮਾਂਡ ਦੀ ਇਸ ਮਾਨਸਿਕਤਾ ਦੇ ਵਿੱਚ ਆਫਟਰ ਤੁਹਾਡੇ ਜੈਪੁਰ ਅਧਿਵੇਸ਼ਨ ਨੇ ਉਸ ਤੋਂ ਬਾਅਦ ਜਿਹੜੀ ਸੋਚ ਇਸ ਵਕਤ ਨਿਖਰ ਰਹੀ ਹੈ ਪਾਰਟੀ 'ਚ, ਉਸ ਤੋਂ ਬਾਅਦ ਇਸ ਮਾਨਸਿਕਤਾ 'ਚ ਬਦਲਾਅ ਆਂਦਾ ਵੇਖ ਰਹੇ ਹੋ? ਪ੍ਰੈਕਟੀਕਲੀ ਡੂ ਵੀ ਸੀ ਸਮ ਚੇਂਜ ਇਨ ਦਾ ਫਿਊਚਰ ਟੂ ਕਮ? ਦੇਖੋ ਇਹਦੇ ਤੇ ਦੋਨੇ ਗੱਲਾਂ ਹੈ ਕਿ ਲੀਡਰ ਬਣਦਿਆਂ ਸਮਾਂ ਲੱਗਦਾ ਹੈ. ਓਵਰਨਾਈਟ ਲੀਡਰਸ ਆਰ ਨਾਟ ਕ੍ਰੀਏਟਡ ਬਿਕੋਜ਼ देयर इज नो मैस मूवमेंट ਲੈਫਟ. ਕੋਈ ਇਸ ਵੇਲੇ ਪੰਜਾਬ ਦੇ ਵਿੱਚ ਨਾਈਦਰ ਅ ਸਟੂਡੈਂਟ ਮੂਵਮੈਂਟ, ਅ ਵਾਈਬ੍ਰੈਂਟ ਸਟੂਡੈਂਟ ਮੂਵਮੈਂਟ, ਨੌਰ ਅ ਮੂਵਮੈਂਟ ਆਫ ਕਿਸਾਨਸ, ਨੌਰ ਅ ਮੂਵਮੈਂਟ ਆਫ ਦ ਯੂਥ. ਹਾਂ, ਨਸ਼ਿਆਂ ਦੇ ਵਿਰੁੱਧ ਇੱਕ ਮੂਵਮੈਂਟ ਜਿਹੜੀ ਹੈ ਸੂਬੇ ਦੇ ਵਿੱਚ ਜੁਆਇੰਟਲੀ ਪੰਜਾਬ ਦਾ ਯੂਥ ਇਕੱਠਾ ਹੋ ਕੇ ਚਲਾ ਸਕਦਾ ਹੈ, ਜਿਹੜਾ 6ਵਾਂ ਦਰਿਆ ਵਹਿ ਰਿਹਾ ਔਰ ਪੰਜਾਬ ਤਬਾਹ ਹੋ ਗਿਆ. ਮਗਰ ਲੀਡਰ ਕ੍ਰੀਏਟ ਹੋਣ ਤੇ ਟਾਈਮ ਲੱਗਦਾ ਹੈ. ਸੋ ਐਵਰੀਬਾਡੀ ਹੈਜ਼ ਹਿਜ਼ ਸਪੇਸ. ਔਰ ਅਕਾਲੀ ਦਲ 'ਚ ਵੀ ਆਪਾਂ ਨਜ਼ਰ ਮਾਰੋ ਤਾਂ ਵੀ what after Sir Prakash Singh Badal or Sukhbir Singh Badal for that matter, although he's trained his son for the next change. But ਸਵਾਲ ਇਹ ਹੈ ਕਿ ਹੋਰ ਕਿੰਨੇ ਕੁ ਲੀਡਰ ਉੱਭਰੇ ਹਨ? ਇਹੀ ਹਾਲ ਕਾਂਗਰਸ ਦੇ ਵਿੱਚ ਹੈ. ਬੰਦੇ ਨੂੰ ਉੱਭਰਨ ਤੇ ਟਾਈਮ ਲੱਗਦਾ ਹੈ, ਬੰਦੇ ਦਾ ਬੈਕਗ੍ਰਾਉਂਡ ਉਹਦਾ. ਫੋਰ ਐਗਜ਼ਾਮਪਲ ਆਈ ਐਮ ਦਾ ਓਨਲੀ ਲੀਡਰ ਇਨ ਕਾਂਗਰਸ ਜਿਹੜਾ 27 ਵਾਰ ਜੇਲ੍ਹ 'ਚ ਗਿਆ ਕਿਸਾਨੀ ਮੁੱਦਿਆਂ ਤੇ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ. ਮਾਈਨ ਇਜ਼ ਦਾ ਫਸਟ ਅਰੈਸਟ ਔਨ SYL. ਬਾਦਲ ਸਾਹਿਬ ਨੇ ਲਹਿਦਾ ਗ੍ਰਿਫਤਾਰੀ ਦਿੱਤੀ, ਮੈਂ ਲਹਿਦਾ ਦਿੱਤੀ, ਭਾਰਤੀ ਕਿਸਾਨ ਯੂਨੀਅਨ ਨੇ ਲਹਿਦਾ ਦਿੱਤੀ. ਐਂਡ ਸਭ ਤੋਂ ਪਹਿਲਾਂ ਪਾਰਲੀਮੈਂਟ 'ਚ ਔਨ ਵਾਟਰ ਰਿਸੋਰਸਿਸ ਮਿਨਿਸਟਰੀ ਜਿਹੜਾ ਹੁਣ ਖਰੜਾ ਅਸੈਂਬਲੀ 'ਚ ਬਣਾਇਆ ਕੈਪਟਨ ਸਾਹਿਬ ਅਮਰਿੰਦਰ ਸਿੰਘ ਜੀ ਨੇ, ਉਹ ਮੇਰੀ ਸਪੀਚ ਹੈ ਜਿਹੜੀ 94 ਦੇ ਵਿੱਚ ਇਨ ਪਾਰਲੀਮੈਂਟ, that was the foundation of the termination of the accords. So I think everybody has a role and that role should be appreciated, that space, and then only the leaders we will produce. If the crop and somebody can step in somebody's shoes at a given particular time, I'm not talking about me, myself, I'm talking about the next generation to come. They are also waiting in the wings. And we have been able to get young leaders elected to assembly, to parliament. So I do hope. ਚਲਿਏ ਇਸੀ ਸ਼ੁਭ ਕਾਮਨਾਵਾਂ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਵੀ ਲੈਣੇ. ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਤੁਸੀਂ ਆਏ, ਆਪਣੀ ਪਾਰਟੀ ਦਾ ਆਪਣਾ ਨਜ਼ਰੀਆ ਬਹੁਤ ਖੁੱਲ ਕੇ ਸਾਡੇ ਸਾਹਮਣੇ ਰੱਖਿਆ. ਮੈਂ ਤੁਹਾਡਾ ਬਹੁਤ ਰਿਣੀ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਇੱਕ ਇੰਡੀਪੈਂਡੈਂਸ ਇੱਕ ਪ੍ਰੈਸ ਦੀ ਔਰ ਇੱਕ ਮੀਡੀਆ ਦੀ ਹੁੰਦੀ ਹੈ, ਤੁਸੀਂ ਉਸ ਦੀ ਸਿਖਰ ਤੇ ਹੋ ਔਰ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ. ਚਲਿਏ, ਥੈਂਕ ਯੂ ਵੈਰੀ ਮਚ ਬਰਾੜ ਸਾਹਿਬ. ਤੇ ਸਾਡੇ ਦਰਸ਼ਕਾਂ ਨੇ ਵੀ ਉਮੀਦ ਕਰਾਂਗੇ ਇਸ ਗੱਲਬਾਤ ਨੂੰ
ਬਰਾੜ ਸਾਹਿਬ ਦੇ ਨਜ਼ਰੀਏ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਹੋਏਗਾ, ਇਹਨਾਂ ਨੂੰ ਸਮਝਣ ਦੀ ਜਾਂ ਕੋਸ਼ਿਸ਼ ਜ਼ਰੂਰ ਕੀਤੀ ਹੋਏਗੀ ਜਿਨ੍ਹਾਂ ਦੇ ਜ਼ਰੀਏ ਤੁਸੀਂ ਸਮਝ ਪਾਏ ਵੀ ਨੁਆਂਸਸ ਕੀ ਹੈਗੇ ਨੇ, ਕਿਉਂਕਿ ਬਰਾੜ ਸਾਹਿਬ ਇੱਕ ਐਸੇ ਸੈਂਸਿਟਿਵ ਤੇ ਡੈਲੀਕੇਟ ਪੋਜੀਸ਼ਨ ਤੇ ਹੈਗੇ ਨੇ ਜਿੱਥੇ ਕਿ ਇਹਨਾਂ ਦਾ ਰਾਬਤਾ ਪਾਰਟੀ ਹਾਈ ਕਮਾਂਡ ਤੇ ਉਹਨਾਂ ਦੇ ਇੰਟੀਰੀਅਰਸ ਦੇ ਤੱਕ ਹੈਗਾ, ਅੰਦਰਲੇ ਦਾਇਰੇ ਤੱਕ ਇਹਨਾਂ ਦੀ ਪਹੁੰਚ ਹੈਗੀ ਹੈ ਤੇ ਪੰਜਾਬ ਦੀ ਜ਼ਮੀਨੀ ਹਕੀਕਤ ਨਾਲ ਵੀ ਇਹ ਲਗਾਤਾਰ ਜੁੜੇ ਰਹਿੰਦੇ ਹੈਗੇ ਨੇ। ਸੋ ਇਹਨਾਂ ਦਾ ਇੱਕ ਵਿਊ ਬੜੇ ਡਿਫਰੈਂਟ ਕਿਸਮ ਦਾ ਵਿਊ ਹੈ ਜਿਸ ਨੂੰ ਜਾਣਨ ਦਾ ਤੁਹਾਨੂੰ ਮੌਕਾ ਮਿਲਿਆ। ਉਮੀਦ ਕਰਾਂਗੇ ਗੱਲਬਾਤ ਠੀਕ ਲੱਗੀ ਹੋਗੀ। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜੇ ਰਹੋ, ਖਬਰਾਂ ਲਈ ਖਬਰਾਂ ਜਾਰੀ ਨੇ। ਧੰਨਵਾਦ।